ਹਾਂਜੀ ਸਾਥੀਓ, ਮੈਂ ਹਾਂ ਤੁਹਾਡਾ ਆਪਣਾ ਸਾਥੀ ਰਣਜੀਤ ਰਾਣਾ। ਮੇਰੇ ਵੱਲੋਂ ਸਾਰੇ ਸਾਥੀਆਂ ਨੂੰ ਲਾਲ ਸਲਾਮ। ਆਪਣੀ ਵਾਰਤਾ ਦੀ ਅਗਲੀ ਕੜੀ ਨੰਬਰ 23 ਐਪੀਸੋਡ ਨੰਬਰ 23 ਲੈ ਕੇ ਮੈਂ ਤੁਹਾਡੇ ਸਾਹਮਣੇ ਹਾਜ਼ਰ ਹੋ ਰਿਹਾ। ਅਤੇ ਪਿਛਲੇ ਐਪੀਸੋਡ ਦੀ ਰਿਕਾਰਡਿੰਗ ਤੋਂ ਮਗਰੋਂ ਕੁਛ ਡਿਸਕਸ਼ਨ ਸ਼ੁਰੂ ਹੋਈ ਸੀ, ਜਿਸ ਵਿੱਚ ਮੈਂ ਕੁਛ ਚੀਜ਼ਾਂ ਨੂੰ ਐਡਰੈਸ ਕਰਨ ਦੀ ਕੋਸ਼ਿਸ਼ ਕਰਾਂਗਾ ਅਤੇ ਜਿਸ ਦੇ ਵਿੱਚ ਇੰਪੋਰਟੈਂਟ ਗੱਲਾਂ ਹੈਗੀਆਂ ਜੋ ਮੇਰੇ ਸਾਹਮਣੇ ਆਈਆਂ ਅਤੇ ਜਿਹੜੀਆਂ ਸ਼ੇਅਰ ਕਰਨੀਆਂ ਬਣਦੀਆਂ ਵੀ ਆ। ਅਤੇ ਜਸਪਾਲ ਨੇ ਕਈ ਕੁਐਸਚਨ ਉਹਦੇ 'ਚ ਕੀਤੇ ਵੀ ਆ ਅਤੇ ਕਈਆਂ ਦੇ ਜਵਾਬ ਵੀ ਦਿੱਤੇ ਆ। ਲੇਕਿਨ ਜੋ ਕੁਛ ਮੇਰੇ ਸਾਹਮਣੇ ਚੀਜ਼ਾਂ ਵਾਪਰੀਆਂ PAU ਦੇ ਵਿੱਚ, ਉਸ ਬਾਰੇ ਮੈਂ ਪਹਿਲਾਂ ਗੱਲ ਕਰਾਂਗਾ ਅਤੇ ਜੋ ਚੰਡੀਗੜ੍ਹ ਦੀ ਐਜੀਟੇਸ਼ਨ ਹੈ ਉਹਦੇ ਬਾਰੇ ਥੋੜ੍ਹਾ ਬਾਅਦ ਵਿੱਚ ਅੱਜ ਗੱਲ ਕਰਾਂਗਾ। ਸੋ ਪਹਿਲਾਂ ਆਪਾਂ ਜੋ ਇਸ ਦੇ ਬਾਰੇ ਜੋ ਇਹਨਾਂ ਦਾ ਫਾਇਰਿੰਗ ਸੀਗੀ ਜੈਲਦਾਰ ਗਰੁੱਪ ਅਤੇ ਇਹਦੀ ਖਾਨ ਗਰੁੱਪ ਜਾਂ ਸੋਖੀ ਉਹਨਾਂ ਦੇ ਗਰੁੱਪ ਦੀ, ਉਹਦੀ ਥੋੜ੍ਹੀ ਜਿਹੀ ਜੋ ਇੱਥੇ ਕਲੈਰੀਫਿਕੇਸ਼ਨ ਦੇ ਤੌਰ 'ਤੇ ਮੇਰੀ ਇਨਫੋਰਮੇਸ਼ਨ ਦੇ ਵਿੱਚ ਖਾਨ ਕਦੇ ਵੀ ਕਿਸੇ ਅਹੁਦੇ 'ਤੇ ਸੰਨ 72 ਤੋਂ ਆਨਵਰਡ ਨਹੀਂ ਰਿਹਾ PAU ਦੇ ਵਿੱਚ। ਅਤੇ ਪਹਿਲਾਂ ਪ੍ਰਿਥੀਪਾਲ ਰੰਧਾਵਾ ਹੁੰਦਾ ਸੀ, ਫਿਰ ਸੰਤੋਖ ਟਿਵਾਣਾ ਰਿਹਾ ਯੂਨਿਟ ਦਾ ਸੈਕਟਰੀ। ਅਤੇ ਇੱਕ ਵਾਰੀ ਜਦੋਂ ਪ੍ਰਧਾਨ ਸੰਤੋਖ ਟਿਵਾਣਾ ਸੀ ਤਾਂ ਗੁਰਮੀਤ ਬੂਟਾ ਜੋ ਜੈਲਦਾਰ ਗਰੁੱਪ ਦੇ ਬੰਦਾ ਸੀ ਉਹ ਸੈਕਟਰੀ ਵੀ ਬਣਿਆ। ਅਤੇ ਇਸ ਗਰੁੱਪ 'ਚੋਂ ਸ਼ਾਇਦ ਸੋਖੀ ਕਦੇ ਕੁਛ ਬਣਿਆ ਹੋਵੇ, ਮੈਨੂੰ ਉਸ ਦਾ ਪੂਰੀ ਤਰ੍ਹਾਂ ਯਾਦ ਨਹੀਂ। ਲੇਕਿਨ ਗੁਰਮੀਤ ਖਾਨ ਕਦੇ ਵੀ ਇਹੋ ਜਿਹੇ ਅਫੀਸ਼ੀਅਲ ਅਹੁਦੇ 'ਤੇ ਨਹੀਂ ਸੀ। ਲੇਕਿਨ ਜੋ ਪਬਲਿਕ ਪਰਸੈਪਸ਼ਨ ਦੇ ਵਿੱਚ ਹੁੰਦਾ, ਇਹ ਜੋ ਟੈਕਨੀਕਲੀ ਕੌਣ ਪ੍ਰੈਜ਼ੀਡੈਂਟ ਹੈ ਕੌਣ ਸੈਕਟਰੀ ਆ, ਉਹ ਚੀਜ਼ਾਂ ਜ਼ਿਆਦਾ ਨਹੀਂ ਹੁੰਦੀਆਂ। ਪਬਲਿਕ ਪਰਸੈਪਸ਼ਨ ਦੇ ਵਿੱਚ ਉਹ ਹੁੰਦੇ ਆ ਵੀ ਜੋ ਸਟੇਜ ਨੂੰ ਕੰਟਰੋਲ ਕਰਦੇ ਆ। ਅਤੇ ਸਟੇਜ ਕੰਟਰੋਲ ਕਰਨ ਦੇ ਵਿੱਚ 72 ਤੋਂ ਹੀ ਜੋ ਉੱਥੇ ਫਿਨਾਮਨਾ ਸ਼ੁਰੂ ਹੋਇਆ ਸਟੂਡੈਂਟ ਮੂਵਮੈਂਟ ਦਾ, ਉਹਦੇ ਵਿੱਚ ਗੁਰਮੀਤ ਖਾਨ ਫੋਰਫਰੰਟ 'ਤੇ ਸੀ ਅਤੇ ਬਹੁਤ ਇਫੈਕਟਿਵ ਸਪੀਕਰ ਸੀ, ਜਿਹੜਾ ਕਿ ਪ੍ਰਿਥੀਪਾਲ ਰੰਧਾਵਾ ਨੂੰ ਵੀ ਡੋਮੀਨੇਟ ਕਰਦਾ ਸੀ। ਅਤੇ ਸ਼ੁਰੂ ਦੇ ਵਿੱਚ ਮੈਂ ਖੁਦ ਇਸ ਚੀਜ਼ ਦਾ ਮੁਰੀਦ ਸੀਗਾ ਕਿ ਗੁਰਮੀਤ ਪ੍ਰਿਥੀਪਾਲ ਰੰਧਾਵੇ ਤੋਂ ਵੀ ਵੱਡਾ ਲੀਡਰ ਹੋਣਾ ਚਾਹੀਦਾ ਅਤੇ ਇਹ ਪੰਜਾਬ ਦੇ ਲੈਵਲ ਦਾ ਲੀਡਰ ਹੋਣਾ ਚਾਹੀਦਾ। ਇਹ ਮੇਰੀ ਪਰਸੈਪਸ਼ਨ ਸੀ 72 'ਚ। ਹੌਲੀ ਹੌਲੀ ਮੇਰੀ ਇਨਸਾਈਡ ਇਨਫੋਰਮੇਸ਼ਨ ਵਧੀ ਅਤੇ ਮੇਰਾ ਓਪੀਨੀਅਨ ਬਦਲਣਾ ਸ਼ੁਰੂ ਹੋਇਆ। ਅਤੇ ਪ੍ਰਿਥੀਪਾਲ ਰੰਧਾਵੇ ਬਾਰੇ ਜਿਹੜੇ ਪੁਰਾਣੇ ਸਟੂਡੈਂਟ ਸੀਗੇ ਉਹਨਾਂ ਦਾ ਇਨ ਜਨਰਲ ਓਪੀਨੀਅਨ ਇਹ ਸੀਗਾ ਕਿ ਇਹ ਬਹੁਤ ਸਿਆਣਾ ਲੀਡਰ ਹੈ, ਬਹੁਤ ਸਿਆਣਾ ਲੀਡਰ ਹੈ। ਅਤੇ ਉਸ ਤੋਂ ਬਾਅਦ ਵਿੱਚ ਮੇਰੇ ਸਾਹਮਣੇ ਇਹ ਚੀਜ਼ਾਂ ਵਾਪਰਨੀਆਂ ਵੀ ਸ਼ੁਰੂ ਹੋਈਆਂ ਅਤੇ ਮੇਰੇ ਦੇਖਣ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਆਈਆਂ। ਲੇਕਿਨ ਇਹ ਇੱਕ ਸਟਰੇਂਜ ਦਾ ਕੋਇਨਸੀਡੈਂਸ ਸੀ ਕਿ ਪਬਲਿਕ ਪਰਸੈਪਸ਼ਨ ਜਿਹੜੀ ਸੀ ਉਹ ਖਾਨ ਬਾਰੇ ਹਮੇਸ਼ਾ ਬਣੀ ਰਹੀ। ਅਤੇ PSU ਦੇ ਜਿਹੜੇ ਸਟਰਕਚਰਡ ਅਦਾਰੇ ਸੀਗੇ ਉਹਨਾਂ ਦੇ ਵਿੱਚ ਖਾਨ ਦੀ ਰੈਕਗਨੀਸ਼ਨ ਉਸ ਢੰਗ ਨਾਲ ਨਹੀਂ ਸੀ। ਇਹ ਚੀਜ਼ ਦੀ ਮੈਨੂੰ, ਕਿਉਂਕਿ ਮੇਰੇ ਕਨੈਕਸ਼ਨ ਬਹੁਤ ਲੇਅਰਸ ਦੇ ਵਿੱਚ ਡਿਫਰੈਂਟ ਲੋਕਾਂ ਨਾਲ ਸੀਗੇ ਅਤੇ ਇਸ ਕਰਕੇ ਮੇਰੇ ਕੋਲ ਉਹ ਗੱਲਾਂ ਪਤਾ ਲੱਗਦੀਆਂ ਸੀਗੀਆਂ। ਲੇਕਿਨ ਇਹਦੇ ਨਾਲ ਸੰਤੋਖ ਸੋਖੀ ਹੋਣਾ ਦੇ ਬਾਰੇ ਕੋਈ ਨੈਗੇਟਿਵ ਨਹੀਂ ਸੀ। ਗਰੁੱਪ ਤਾਂ ਇਹ ਉਸੇ ਦੇ ਸੀਗੇ। ਉਸ ਤੋਂ ਪਹਿਲਾਂ ਵੀ ਜਸਵਿੰਦਰ ਜੌਹਰ ਜੋ 71-72 ਦੇ ਵਿੱਚ ਇਨੀਸ਼ੀਅਲ ਸਟੇਜ ਲੀਡਰ ਰਿਹਾ, ਜੋ ਮੈਂ ਸਭ ਤੋਂ ਪਹਿਲਾਂ PAU ਦਾ ਐਪੀਸੋਡ ਦੱਸਿਆ ਵੀ ਉੱਥੇ ਹੋਸਟਲਾਂ ਦੀ ਕਿਲ੍ਹੇਬੰਦੀ ਹੋਈ, ਉਸ ਨੂੰ ਜਸਵਿੰਦਰ ਜੌਹਰ ਹੁਣੀ ਲੀਡ ਕਰ ਰਹੇ ਸੀਗੇ। ਅਤੇ ਇਹ ਉਸ ਗਰੁੱਪ ਨਾਲ ਸੰਬੰਧਿਤ ਤਾਂ ਸੀਗੇ, ਲੇਕਿਨ ਕੋਈ ਇਹੋ ਜਿਹੀ ਸੋਖੀ ਹੋਣਾ ਦੇ ਉੱਪਰ ਉਂਗਲ ਨਹੀਂ ਸੀ। ਅਤੇ ਇੱਕ ਵੀ ਇਸ ਨੂੰ ਆਪਾਂ ਕਹਿ ਸਕੀਏ ਕਿ ਇਹ ਸਗੋਂ ਦੂਸਰੇ ਪਾਸੇ ਇਹ ਹੈ ਕਿ ਉਹ ਇੱਕ ਯੂਨੀਅਨ ਦੇ ਬਹੁਤ ਟਰਸਟਵਰਦੀ ਮੈਂਬਰ ਸੀਗੇ ਅਤੇ ਜੋ ਹਰ ਥਾਂ 'ਤੇ ਹਰ ਤਰੀਕੇ ਨਾਲ ਖੜ੍ਹੇ ਹੋਏ ਸੀਗੇ।
ਸੋ ਇਨ ਦਾ ਸ਼ਾਰਟ ਵੀ ਉਹਨਾਂ ਬਾਰੇ ਕੋਈ ਨੈਗੇਟਿਵ ਮੇਰੀ ਨੌਲੇਜ ਦੇ ਵਿੱਚ ਉਦੋਂ ਤੱਕ ਨਹੀਂ ਆਈ ਜਦੋਂ ਤੱਕ ਇਹਨਾਂ ਦੀ ਲੜਾਈ ਹੋਈ। ਹਾਂ, ਲੜਾਕੇ ਕਿਸਮ ਦੇ ਉਹ ਸੀਗੇ, ਅਤੇ ਲੜਾਕੇ ਕਿਸਮ ਦਾ ਹੋਣਾ ਇਨ ਜਨਰਲ ਪਬਲਿਕ ਡੋਮੇਨ ਦੇ ਵਿੱਚ ਕੋਈ ਬੁਰਾ ਨਹੀਂ ਸਮਝਿਆ ਜਾਂਦਾ। ਅਤੇ ਠੀਕ ਹੱਕਾਂ ਲਈ ਲੜਨਾ, ਠੀਕ ਹੱਕਾਂ ਲਈ ਖੜ੍ਹਨਾ, ਕਿਉਂਕਿ ਇਹ ਜੋ ਕਹਾਣੀ ਹੈ ਜਾਂ ਇਹ ਸਟਰਗਲ ਹੈ ਇਹ ਕਮਜ਼ੋਰ ਬੰਦਿਆਂ ਦੀ ਹੈ ਹੀ ਨਹੀਂ। ਅਤੇ ਚਲੋ ਕੋਈ ਵੀ ਪਰਫੈਕਟ ਨਹੀਂ ਹੁੰਦਾ, ਲੇਕਿਨ ਇਹਦੇ 'ਚ ਉਦੋਂ ਤੱਕ ਸੌਖੀ ਹੋਣਾ ਦੇ ਗਰੁੱਪ ਨਾਲ ਮੇਰੇ ਸੰਬੰਧ ਵੀ ਬਾਕੀਆਂ ਨਾਲ ਚੰਗੇ ਸੀ, ਕਿਉਂਕਿ ਗਰਾਊਂਡ ਦੇ ਵਿੱਚ ਇਹਨਾਂ 'ਚੋਂ ਕਾਫੀ ਬੰਦੇ ਜਾਂਦੇ ਹੁੰਦੇ ਸੀਗੇ ਅਤੇ ਮੈਂ ਵੀ ਗਰਾਊਂਡ ਵਿੱਚ ਜਾਂਦਾ ਹੁੰਦਾ ਸੀ। ਸੋ ਸੌਖੀ ਹੋਣਾ ਬਾਰੇ ਕੋਈ ਨੈਗੇਟਿਵ ਨਹੀਂ ਸੀ। ਸਵਾਲ ਇਹ ਸੀ ਕਿ ਉਦੋਂ ਤੱਕ ਉਹਦੇ ਵਿੱਚ PSU ਦੀ ਭੂਮਿਕਾ ਦੇਖਣ ਦੇ ਤੌਰ 'ਤੇ ਦੋਨੇ ਹੀ ਗਰੁੱਪ PSU ਦੇ ਸੀ, ਜੈਲਦਾਰ ਗਰੁੱਪ ਵੀ ਅਤੇ ਖਾਨਦਾਰ ਗਰੁੱਪ ਵੀ। ਅੰਦਰ ਖਾਤੇ ਕੀ ਇਹਨਾਂ ਦੀਆਂ ਕੀ ਡਿਫਰੈਂਸਿਸ ਸੀਗੇ, PSU ਦੇ ਵਿੱਚ ਇਹਨਾਂ ਦੀ ਕੀ ਪਰਸੈਪਸ਼ਨ ਸੀ, ਇਹਦੇ ਬਾਰੇ ਬਹੁਤਾ ਜ਼ਿਆਦਾ ਪਬਲਿਕ ਡੋਮੇਨ ਦੇ ਵਿੱਚ ਨਹੀਂ ਸੀਗੀ, ਲੇਕਿਨ ਦੇਖਿਆ ਹੀ ਜਾਂਦਾ ਸੀ ਵੀ ਇਹ ਦੋਨੇ ਗਰੁੱਪ PSU ਦੇ ਆ। ਉਸ ਤੋਂ ਬਾਅਦ ਵਿੱਚ ਇਹਨਾਂ ਦੀ ਲੜਾਈ ਦਾ ਆਉਂਦਾ। ਲੜਾਈ ਸੌਖੀ ਖਾਨ ਹੋਣਾ 'ਤੇ ਇੰਪੋਜ਼ ਕੀਤੀ ਹੋਈ ਗਈ ਸੀ, ਉਸ ਵੇਲੇ ਦੀ ਲੜਾਈ ਸੀ ਜਿਹੜੀ ਜਿਸ ਫਾਇਰਿੰਗ ਦੀ ਜ਼ਿਕਰ ਹੋ ਰਿਹਾ। ਅਤੇ ਲੇਕਿਨ ਇਹ ਹੈ ਵੀ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਕਹੀਏ ਕਿ ਇਹਨਾਂ ਨੇ ਹਥਿਆਰ ਕਿਉਂ ਇਕੱਠੇ ਕੀਤੇ ਹੋਏ ਸੀਗੇ ਸੌਖੀ ਹੋਣਾ ਨੇ, ਅਤੇ ਇਹ ਇੱਕ ਸਵਾਲ ਪੈਦਾ ਹੁੰਦਾ। ਇੰਨੇ ਸ਼ਰੀਫ ਤਾਂ ਉਹਨਾਂ ਨੂੰ ਕਹਿ ਵੀ ਨਹੀਂ ਸਕਦੇ, ਲੜਾਕੇ ਕਿਸਮ ਦੇ ਤਾਂ ਸੀਗੇ ਹੀ, ਅਤੇ ਇਹਨਾਂ ਨੂੰ ਕੋਈ ਅੰਦਰ ਖਾਤੇ ਇਸ ਦਾ ਡਰ ਵੀ ਹੋਊਗਾ। ਸਮਰਾਈਜ਼ ਇਸ ਗੱਲ ਨੂੰ ਇਸ ਤਰ੍ਹਾਂ ਮੈਂ ਕਰਨੀ ਚਾਹਾਂਗਾ ਕਿ ਉਦੋਂ ਤੱਕ ਮੇਰੇ ਦੇਖਣ ਦੇ ਵਿੱਚ ਇਹਨਾਂ ਦੇ PSU ਨਾਲ ਇਹਨਾਂ ਦੀ ਪੂਰੀ ਨੇੜਤਾ ਸੀਗੀ, ਅਤੇ ਇਹ PSU ਨੇ ਕਦੇ ਇਹਨਾਂ ਦੇ ਉਲਟ ਕੁਛ ਕਦੇ ਵੀ ਨਹੀਂ ਸੀ ਬੋਲਿਆ, ਅਤੇ ਆਮ ਕਰਕੇ ਸਟੇਜਾਂ ਦੇ ਉੱਪਰ ਇਹ ਕੰਟਰੋਲ ਕਰਦੇ ਸੀ। ਸੌਖੀ ਵੀ ਬੋਲਦਾ ਹੁੰਦਾ ਸੀ ਸਟੇਜਾਂ ਦੇ ਉੱਪਰ। ਮੋਹਨ ਸੈਕਟਰੀ ਸੀਗਾ, ਮੋਹਨ ਭਾਟੀਆ ਇਕੱਠੇ ਇਹ ਮੇਰਾ ਖਿਆਲ ਪਹਿਲਾਂ ਬਿਰਥੀ ਦੇ ਰੂਮਮੇਟ ਰਹੇ ਆ, ਅਤੇ ਇਹ ਦੋ ਅੱਡ ਅੱਡ ਬੰਦੇ ਆ। ਮੋਹਨ ਇਹ ਮੋਹਨ ਹੁਸ਼ਿਆਰਪੁਰ ਸਾਈਡ ਦਾ ਮੇਰੇ ਖਿਆਲ ਇਹਦਾ ਪਿੰਡ ਟਾਂਡੇ ਦੇ ਕੋਲ ਦਾ ਪਿੰਡ ਹੈ ਸ਼ਾਇਦ, ਹਰਸ਼ੀ, ਜੇ ਮੈਂ ਉਸ ਨੂੰ ਕਰੈਕਟਲੀ ਯਾਦ ਕਰਦਾ ਹੋਵਾਂ। ਉਹ ਉਸ ਵੇਲੇ ਸੈਕਟਰੀ ਸੀਗਾ। ਲੇਕਿਨ ਫਿਰ ਮੈਂ ਵਾਪਸ ਉਸ ਗੱਲ 'ਤੇ ਆਉਣਾ ਕਿ ਪਬਲਿਕ ਡੋਮੇਨ ਦੇ ਵਿੱਚ ਬਹੁਤ ਹੀ ਜੋ ਇਮੇਜ ਹੈ ਉਹ ਜੋ ਸਟੇਜ 'ਤੇ ਲੀਡਰ ਹੈ ਜਾਂ ਫੋਰ ਫਰੰਟ 'ਤੇ ਉਹ ਹੈ। ਹਾਂ, ਮੋਹਨ ਭਾਟੀਏ ਦਾ ਵੀ ਪ੍ਰੋਪਰ ਜ਼ਿਕਰ ਵੀ ਆਇਆ, ਅਤੇ ਉਹ ਵੀ ਸੀਗੇ PSU ਦੇ ਕਾਰਕੁਨ, ਅਤੇ ਸੈਕਟਰੀ ਵੀ ਮੋਹਨ ਸੀ, ਇਹ ਵੀ ਗੱਲ ਠੀਕ ਹੈ। ਕੁਛ ਗੱਲਾਂ ਇਹਦੇ 'ਚ ਜਿਹੜੀਆਂ ਹੋਰ ਇੰਪੋਰਟੈਂਟ ਹੈਗੀਆਂ ਕਿ ਜਿਹੜੀਆਂ ਫੈਕਚੁਅਲ ਮੇਰੇ ਦੇਖਣ ਦੀਆਂ ਗੱਲਾਂ ਹੈਗੀਆਂ ਕਿ ਇੱਕ ਉਹਨਾਂ ਦਿਨਾਂ ਦੀ ਗੱਲ ਹੈ, ਕਿਉਂਕਿ ਬਿਰਥੀ ਅਕਸਰ ਹੀ PAU ਵਿੱਚ ਆਉਂਦਾ ਸੀਗਾ ਅਤੇ ਇਨਵੋਲਵਡ ਹੀ ਸੀਗਾ ਇਹਨਾਂ ਚੀਜ਼ਾਂ ਦੇ ਵਿੱਚ, ਚਾਹੇ ਉਹ ਕਿਸੇ ਵੇਲੇ ਐਡਰੈਸ ਕਰਦਾ ਸੀ ਜਾਂ ਨਹੀਂ ਕਰਦਾ ਸੀਗਾ। ਮੈਂ ਅਤੇ ਪ੍ਰਿਤੀਪਾਲ ਰੰਧਾਵਾ ਜਾ ਰਹੇ ਸੀਗੇ, ਇਹ ਗੱਲ ਹੈ ਹੋਸਟਲਾਂ ਦੇ ਦਰਮਿਆਨ ਦੀ ਹੋਈ ਕਿਤੇ, ਅਤੇ ਇੱਕ ਪੁਰਾਣਾ PSU ਦਾ ਕਾਰਕੁਨ ਮਿਲਿਆ ਜੋ PAU ਦੇ ਵਿੱਚ ਹੀ ਸੀ, ਜਿਸ ਦਾ ਨਾਮ ਏਕਮ ਸਿੰਘ ਸੀ, ਲੇਕਿਨ ਉਸ ਵੇਲੇ ਤੱਕ ਉਹ ਤਕਰੀਬਨ PSU ਦੇ ਉਲਟ ਹੋ ਚੁੱਕਾ ਸੀਗਾ। ਅਤੇ ਉਸ ਨੇ ਪ੍ਰਿਤੀਪਾਲ ਰੰਧਾਵੇ ਨੂੰ ਬਹੁਤ ਤੱਤੇ ਸ਼ਬਦ ਕਹੇ, ਅਤੇ ਉਸ ਦਾ ਇਹ ਸੀਗਾ ਜੋ ਮੁੱਦਾ ਕਿ ਜੈਲਦਾਰ ਹੋਣਾ ਦੇ ਪੱਖ ਦੇ ਵਿੱਚ ਉਹ ਭੁਗਤ ਰਿਹਾ ਸੀਗਾ, ਅਤੇ ਉਸ ਥਾਂ 'ਤੇ ਪ੍ਰਿਤੀਪਾਲ ਰੰਧਾਵੇ ਨੇ ਇਹਨਾਂ ਨੂੰ ਸੌਖੀ ਨੂੰ ਹੁਣ ਉਸ 'ਤੇ ਖਾਨ ਹੋਣਾ ਨੂੰ ਪੂਰੀ ਤਰ੍ਹਾਂ ਡਿਫੈਂਡ ਕੀਤਾ। ਇਹ ਉਸ ਲੜਾਈ ਤੋਂ ਕੁਛ ਦਿਨ ਮਗਰੋਂ ਦੀ ਗੱਲ ਹੈਗੀ ਹੈ, ਅਤੇ ਇਸ ਚੀਜ਼ ਦਾ ਮੈਂ ਚਸ਼ਮਦੀਦ ਗਵਾਹ। ਅਤੇ ਦੂਸਰੀ ਗੱਲ ਮੈਂ ਇਹਦੇ ਵਿੱਚ ਇਹ ਐਡ ਕਰਨੀ ਚਾਹੂੰਗਾ ਕਿ ਜਸਪਾਲ ਦੀ ਗੱਲ ਤੋਂ ਦੋ ਤਿੰਨ ਚੀਜ਼ਾਂ ਤੋਂ ਲੱਗ ਰਿਹਾ ਕਿ ਜਸਪਾਲ ਕੁਛ ਚੀਜ਼ਾਂ ਨੂੰ ਮਿਕਸ ਕਰ ਰਿਹਾ ਇੱਥੇ। ਇੱਕ ਉਦੋਂ ਅੱਗੇ ਘਟਨਾ ਜਿਸ ਦੇ ਵਿੱਚ ਐਕਸਪੈਲ ਹੋਣ ਵਾਲੀ ਗੱਲ ਆਉਂਦੀ ਹੈ, ਉਹਦਾ ਇਹਦੇ ਨਾਲ ਕੋਈ ਸੰਬੰਧ ਨਹੀਂ ਹੈ, ਜਿਹਦੇ ਵਿੱਚ ਖਾਨ ਹੋਣਾ ਦੇ ਐਕਸਪੈਲ ਹੋਣ ਵਾਲੀ ਗੱਲ ਆਉਂਦੀ ਹੈ। ਉਹ ਉਸ ਤੋਂ ਅਗਲੀ ਘਟਨਾ
ਲੇਕਿਨ ਇਹਦੇ ਨਾਲ ਉਹਦਾ ਸੰਬੰਧ ਨਹੀਂ, ਇਹਦੇ ਵਿੱਚ ਉਹ ਐਕਸਪੈਲ ਹੋਏ ਵੀ ਨਹੀਂ। ਅਤੇ ਜਿੱਥੋਂ ਤਾਈਂ ਅਰੈਸਟ ਦਾ ਸਵਾਲ ਹੈ, ਅਰੈਸਟ ਗੁਰਮੀਤ ਮੇਰੀ ਨੌਲੇਜ ਦੇ ਵਿੱਚ ਅਰੈਸਟ ਨਹੀਂ ਹੋਇਆ। ਜੇ ਹੋਇਆ ਵੀ ਹੈ ਤਾਂ ਉਹ ਬੜੀ ਲੋ ਪ੍ਰੋਫਾਈਲ ਦੀ ਅਰੈਸਟ ਹੋਏਗੀ, ਅਤੇ ਜਿਹੜੀ ਅਰੈਸਟ ਉੱਥੇ ਹਾਈਲਾਈਟ ਹੋਈ ਆ ਉਸ ਐਪੀਸੋਡ ਦੇ ਵਿੱਚ ਉਹ ਸੋਖੀ ਦੀ ਹੋਈ ਹੈ। ਕਿਉਂਕਿ ਮੈਂ ਪਹਿਲਾਂ ਵੀ ਦੱਸਿਆ ਵੀ ਸੋਖੀ ਦੇ ਗੋਲੀ ਲੱਗ ਗਈ ਸੀ, ਅਤੇ ਉਹ ਸਮਰਾਲੇ ਇੱਕ ਹਸਪਤਾਲ ਦੇ ਵਿੱਚ ਗਿਆ, ਅਤੇ ਸਮਰਾਲੇ ਜਾ ਕੇ ਉਸਨੇ ਡਾਕਟਰ ਕੋਲ ਜਦੋਂ ਗਿਆ ਤਾਂ ਡਾਕਟਰ ਨੇ ਦੇਖ ਕੇ ਵੀ ਇਹ ਗਨ ਸ਼ਾਟਸ ਹੈਗੇ ਆ, ਉਹਦੇ ਵੂੰਡਸ ਆ, ਉਹਨੇ ਪੁਲਿਸ ਕਾਲ ਕਰ ਲਈ। ਅਤੇ ਪੁਲਿਸ ਨੇ ਜਦੋਂ ਉਸ ਨੂੰ ਅਰੈਸਟ ਕੀਤਾ ਅਤੇ ਉਹਦੇ ਕੋਲੋਂ ਇੱਕ ਫਾਇਰ ਆਰਮ ਜਿਹੜਾ ਸੀ ਉਹ ਰਿਕਵਰ ਹੋ ਗਿਆ, ਅਤੇ ਉਸ ਨੂੰ ਰਿਕਵਰ ਕਰਕੇ ਫਿਰ ਗਾਹਾਂ ਕੇਸ ਦੇ ਨਾਲ ਉਹਦਾ ਸਾਰਾ ਕਨੈਕਸ਼ਨ ਬਣ ਗਿਆ। ਅਤੇ ਇੱਥੇ ਸਮਹਾਓ ਵੀ ਕਿਸੇ ਦਾ ਲਾਲਚ ਕਹਿ ਲਓ ਪੁਲਿਸ ਵਾਲੇ ਦਾ ਜਾਂ ਕੋਈ ਹੋਰ ਵਜ੍ਹਾ ਕਰਕੇ ਇਹ ਐਡੀ ਵੱਡੀ ਘਟਨਾ ਹੋ ਸਕਦੀ ਸੀ, ਸੋਖੀ ਦਾ ਅਰੈਸਟ ਹੋਣਾ, ਕਿ ਇਹ ਪੰਜਾਬ ਲੈਵਲ 'ਤੇ ਬਹੁਤ ਐਂਬੈਰਸਮੈਂਟ ਹੁੰਦੀ ਪਈ ਸੀ ਉਹਦੇ ਲਈ। ਲੇਕਿਨ ਇਹ ਚੀਜ਼ ਢਕੀ ਰਹੀ, ਅਤੇ ਉਸ ਚੀਜ਼ ਦੀ ਹੁਣ ਇਸ ਵੇਲੇ ਕੋਈ ਇੰਪੋਰਟੈਂਸ ਵੀ ਨਹੀਂ ਹੈ ਦੱਸਣ ਦੀ। ਅਤੇ ਹਾਂ, ਸੋਖੀ ਅਰੈਸਟ ਹੋਣ ਦੀ ਜ਼ਿਕਰ ਜ਼ਰੂਰ ਹੈਗਾ। ਅਤੇ ਉਸ ਦੇ ਬਾਅਦ ਸੋਖੀ ਹੋਣੀ ਜਿਸ ਤਰ੍ਹਾਂ ਡਾਇਰੈਕਟਰ ਦੇ ਅੰਡਰ ਚਲੇ ਗਏ ਆਪਣੀ ਸੁਰੱਖਿਆ ਲਈ, ਆਪਣੇ ਕੋਲ ਹਥਿਆਰ ਰੱਖਣ ਲਈ, ਪੁਲਿਸ ਤੋਂ ਸੁਰੱਖਿਆ ਲਈ, ਅਤੇ ਫਿਰ ਇਹ ਕੋਈ ਇਸ਼ੂ ਯੂਨੀਵਰਸਿਟੀ ਦੇ ਵਿੱਚ ਰਿਹਾ ਵੀ ਨਹੀਂ। ਰਿਹਾ ਇਸ ਲਿਹਾਜ਼ ਨਾਲ ਕਿ ਫਿਰ ਉਹ PSU ਦੇ ਰਹੇ ਵੀ ਨਹੀਂ ਸੀ, ਅਤੇ PSU ਨਾਲ ਡਿਟੈਚ ਵੀ ਹੋ ਗਏ ਸੀਗੇ। ਲੇਕਿਨ PSU ਡਾਇਰੈਕਟਰ ਦੇ ਅੰਡਰ ਉਹ ਬਿਲਕੁਲ ਚਲੇ ਗਏ ਸੀਗੇ। ਅਤੇ ਇਹ ਕੇਸ ਜਿਹੜਾ ਜਿੱਡਾ ਵੱਡਾ ਕੇਸ ਸੀ ਅਤੇ ਜਿੱਡੀ ਵੱਡੀ ਫਾਇਰਿੰਗ ਸੀਗੀ, ਇਹਨੂੰ ਤੁਸੀਂ ਕਿੰਨਾ ਵੀ ਵੱਡਾ ਨਾਮ ਦੇ ਸਕਦੇ ਹੋ ਔਰ ਹੈ ਵੀ। ਲੇਕਿਨ ਡਾਇਰੈਕਟਰ ਦੇ ਅੰਡਰ ਜਾਣ ਨਾਲ ਅਤੇ ਉਹ ਪੁਲਿਸ ਦੇ ਨਾਲ ਜੋ ਕੁਛ ਇਹਨਾਂ ਦਾ ਪਿੱਛੇ ਕੰਪਰੋਮਾਈਜ਼ ਹੋਇਆ ਹੋਏਗਾ, ਉਹਦੇ ਨਾਲ ਇਹ ਗੱਲ ਬਿਲਕੁਲ ਹੀ ਦੱਬੀ ਰਹੀ। ਅਤੇ ਇਹ ਟੋਟਲ ਕੇਸ ਹੀ ਕੋਰਟ ਦੇ ਵਿੱਚ ਬਹੁਤ ਲੋ ਪ੍ਰੋਫਾਈਲ ਕੇਸ ਰਿਹਾ, ਅਤੇ ਜਿਸ ਦੇ ਵਿੱਚੋਂ ਇਹਦੇ 'ਚ ਸੋਖੀ ਹੋਣੀ ਵੀ ਬਰੀ ਹੋ ਗਏ। ਅਤੇ ਖਾਨ ਦੇ ਬਾਰੇ ਇਹ ਕਦੇ ਵੀ ਹਾਈਲਾਈਟ ਨਹੀਂ ਹੋਈ ਵੀ ਇਹ ਕੇਸ ਦੇ ਵਿੱਚ ਟਰਾਇਲ ਵੀ ਹੋਇਆ, ਜਾਂ ਟਰਾਇਲ ਹੋਇਆ ਤਾਂ ਉਹ ਲੋ ਪ੍ਰੋਫਾਈਲ ਹੀ ਰਿਹਾ। ਅਤੇ ਸੋ ਕਿਸ ਹੱਦ ਤੱਕ ਡਾਇਰੈਕਟਰ ਆਪਦੀ ਸ਼ਰਨ 'ਚ ਆਉਣ ਵਾਲਿਆਂ ਨੂੰ ਪ੍ਰੋਟੈਕਟ ਕਰਦਾ ਸੀ, ਇਹ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗਾ। ਉਹ ਇਹ ਹੈ ਕਿ ਇੱਕ 4-5 ਫੁਕਰੇ ਹੁੰਦੇ ਸੀ। ਇੱਕ ਐਗਜ਼ਾਮਪਲ ਦੇ ਤੌਰ 'ਤੇ ਮੈਂ ਤੁਹਾਨੂੰ ਦੱਸ ਰਿਹਾ। ਉਹ 4-5 ਫੁਕਰੇ ਉਹਨਾਂ ਨੇ ਇੱਕ ਕਾਰ ਚੋਰੀ ਕੀਤੀ, ਅਤੇ ਉਹ ਕਾਰ ਦਾ ਅੱਗੇ ਜਾ ਕੇ ਯੂਨੀਵਰਸਿਟੀ ਦੇ ਵਿੱਚ ਹੀ ਐਕਸੀਡੈਂਟ ਹੋ ਗਿਆ। ਇਹ ਕਾਲਜ ਆਫ ਐਗਰੀਕਲਚਰ ਦੇ ਕੋਲ ਦੀ ਗੱਲ ਹੈ, ਜਿੱਥੇ ਪਾਲ ਆਡੀਟੋਰੀਅਮ ਹੈ। ਅਤੇ ਉਹ ਕਾਰ ਅੱਗੇ ਟੈਲੀਫੋਨ ਦੇ ਖੰਭੇ ਵਿੱਚ ਵੱਜੀ, ਅਤੇ ਉਹ ਉੱਥੋਂ ਛੱਡ ਕੇ ਭੱਜ ਗਏ। ਉਹ ਕਾਰ ਸੀ ਡਾਕਟਰ KS ਔਲਖ ਦੀ, ਜੋ ਬਾਅਦ ਵਿੱਚ ਵਾਈਸ ਚਾਂਸਲਰ ਬਣੇ। ਅਤੇ ਉਹਨਾਂ ਫੁਕਰਿਆਂ ਦੇ ਵਿੱਚ, ਕਾਰ ਚੋਰੀ ਕਰਨ ਵਾਲਿਆਂ ਦੇ ਵਿੱਚ, ਇੱਕ ਹੋਮ ਸਾਇੰਸ ਦੀ ਵਾਰਡਨ ਸੀ, ਉਹਦਾ ਨਾਂ ਸੀ ਭਾਟੀਆ ਉਸਨੂੰ ਕਹਿੰਦੇ ਹੁੰਦੇ ਸੀ। ਉਹਦਾ ਦਿਓਰ ਵੀ ਸੀ, ਅਤੇ ਉਹ ਕਿਉਂਕਿ ਉਹ ਡਾਇਰੈਕਟਰ ਦੇ ਇਹ ਸਾਰੇ ਤਕਰੀਬਨ ਹੋਸਟਲਾਂ ਵਿੱਚ ਜੋ ਵੀ ਵਾਰਡਨ ਲੱਗੇ ਸੀਗੇ ਅਤੇ ਚਹੇਤੇ ਸੀਗੇ, ਅਤੇ ਉਹਨਾਂ ਨੂੰ ਪ੍ਰੋਟੈਕਟ ਕਰਦਾ ਸੀਗਾ, ਤਾਂ ਉਸ ਨੂੰ ਬਚਾਉਣ ਵਾਸਤੇ ਡਾਇਰੈਕਟਰ ਖੁਦ ਚੱਲ ਕੇ ਕਿਰਪਾਲ ਸਿੰਘ ਔਲਖ, ਉਦੋਂ ਇਹ ਐਸੋਸੀਏਟ ਪ੍ਰੋਫੈਸਰ ਹੋਣਗੇ ਮੇਰਾ ਖਿਆਲ, ਇਹਨਾਂ ਕੋਲ ਗਿਆ ਅਤੇ ਇਹਨੂੰ ਪਲੀਡ ਕੀਤਾ ਵੀ ਉਹਨਾਂ 'ਤੇ ਕੇਸ ਤੁਸੀਂ ਨਾ ਚਲਾਓ। ਐਵੀਡੈਂਟਲੀ ਕੇਸ ਮਗਰੋਂ ਨਹੀਂ ਚੱਲਿਆ, ਜਾਂ ਵੀ ਡਾਕਟਰ ਔਲਖ ਨੇ ਕਿੰਨਾ ਕਿ ਇਸ ਗੱਲ ਨੂੰ ਮੰਨਿਆ, ਇਸ ਗੱਲ ਬਾਰੇ ਜ਼ਿਆਦਾ ਨਹੀਂ ਪਤਾ। ਲੇਕਿਨ ਇਹ ਕੇਸ ਕੋਈ ਇੰਨਾ ਹਾਈਲਾਈਟ ਨਹੀਂ ਹੋਇਆ। ਸਿਰਫ ਇਸ ਦਾ ਰੈਫਰੈਂਸ ਇਸ ਗੱਲ ਲਈ ਹੈ ਜਿਹੜੀ ਕਿ ਅੱਜ ਵੀ ਡਾਕਟਰ ਔਲਖ ਤੋਂ ਵੈਰੀਫਾਈ ਕੀਤੀ ਜਾ ਸਕਦੀ ਹੈ।
ਕਾਰ ਦੀ ਚੋਰੀ ਅਤੇ ਟਰੈਕਟਰ ਦੇ ਉਹਨੂੰ ਮਿਲਣ ਵਾਲੀ ਗੱਲ, ਅਤੇ ਉਹ ਫੈਕਟ ਤੌਰ 'ਤੇ ਗੱਲ ਇਹ ਆ ਕਿ ਕਿਸ ਤਰ੍ਹਾਂ ਇਹ ਆਪਣੀ ਸ਼ਰਨ ਵਿੱਚ ਆਉਣ ਵਾਲਿਆਂ ਨੂੰ ਪ੍ਰੋਟੈਕਟ ਕਰਦਾ ਸੀ, ਕਿਉਂਕਿ ਉਸ ਤੋਂ ਬਾਅਦ ਵਿੱਚ ਆਪਦੀ ਪ੍ਰੋਟੈਕਸ਼ਨ ਤਾਂ ਸੀ ਨਾਲ ਗਾਹਾਂ ਪੁਲਿਸ ਦੀ ਪ੍ਰੋਟੈਕਸ਼ਨ ਹੀ। ਸੋ ਸਾਥੀਓ, ਗੱਲ ਮੈਂ ਦੂਸਰੀ ਵੀ ਅੱਜ ਕਰਨੀ ਚਾਹੁੰਦਾ ਸੀਗਾ, ਪਰ ਇਹਦੇ ਨਾਲ ਜੋ ਚੰਡੀਗੜ੍ਹ ਵਾਲੀ ਗੱਲ ਸੀ ਐਜੀਟੇਸ਼ਨ ਵਾਲੀ, ਤਾਂ ਉਹਦੇ ਨਾਲ ਇਹ ਐਪੀਸੋਡ ਕਾਫੀ ਜ਼ਿਆਦਾ ਲੰਬਾ ਹੋ ਜਾਣਾ। ਸੋ ਉਸ ਨੂੰ ਮੈਂ ਅਗਲੇ ਐਪੀਸੋਡ ਦੇ ਵਿੱਚ ਕਵਰ ਕਰੂੰਗਾ, ਜੋ ਉਸ ਦੇ PA ਦੇ ਵਿੱਚ ਆਬਜ਼ਰਵੇਸ਼ਨ ਸੀਗੀ ਮੇਰੀ, ਅਤੇ ਜੋ PAU ਦੇ ਵਿੱਚ ਵਾਪਰਿਆ। ਹਾਂ, ਮੈਨੂੰ ਕੁਛ ਗੱਲਾਂ ਦੀ ਕਲੈਰਿਟੀ ਨਹੀਂ ਸੀ ਜਿਹੜੀ ਕਿ ਜਸਪਾਲ ਨੇ ਕੀਤੀ ਉਸ ਐਜੀਟੇਸ਼ਨ ਦੇ ਮੁੱਦੇ ਬਾਰੇ, ਅਤੇ ਲੇਕਿਨ ਪਾਰਟੀਸਪੇਸ਼ਨ ਬਾਰੇ ਮੈਨੂੰ PAU ਦੇ ਐਗਰੀਕਲਚਰ ਕਾਲਜ ਦੇ ਵੱਲੋਂ ਪਾਰਟੀਸਪੇਸ਼ਨ ਚੰਡੀਗੜ੍ਹ ਪੂਰੀ ਤਰ੍ਹਾਂ ਯਾਦ ਹੈ। ਉਹ ਮੈਂ ਤੁਹਾਡੇ ਨਾਲ ਅਗਲੇ ਐਪੀਸੋਡ ਦੇ ਵਿੱਚ ਸ਼ੇਅਰ ਕਰਾਂਗਾ। ਸੋ ਇਸ ਦੇ ਨਾਲ ਹੀ ਸਾਥੀਓ, ਮੈਂ ਤੁਹਾਤੋਂ ਇਜਾਜ਼ਤ ਲੈਂਦਾ, ਅਤੇ ਅਗਲੇ ਐਪੀਸੋਡ ਦੇ ਵਿੱਚ ਫੇਰ ਮਿਲਾਂਗੇ। ਅਤੇ ਮੈਂ ਹਾਂ ਤੁਹਾਡਾ ਆਪਣਾ ਸਾਥੀ ਰਣਜੀਤ ਰਾਣਾ, ਅਤੇ ਸਾਰਿਆਂ ਨੂੰ ਮੇਰੇ ਵੱਲੋਂ ਲਾਲ ਸਲਾਮ।